ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਸ੍ਰੀ ਗੁਰੂ ਅਮਰਦਾਸ ਜੀ ਦੀ ਕਥਾ ਸ਼ੁਰੂ ਕਰਨ ਲੱਗੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਅਮਰਦਾਸ ਜੀ ਤੇਜ ਭਾਣ ਭੱਲੇ ਖੱਤਰੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਵਿਸਾਖ ਸੁਦੀ 14 ਸੰਮਤ 1536 ਨੂੰ ਪਿੰਡ ਬਾਸਰ ਕੇ ਪਰਗਣਾ ਝੁਬਾਲ ਵਿੱਚ ਪੈਦਾ ਹੋਏ। ਆਪ ਜੀ ਦਾ ਵਿਆਹ ਸ਼੍ਰੀ ਮਨਸਾ ਦੇਵੀ ਸਨਖੱਤਰੇ ਪਿੰਡ ਦੇ ਵਸਨੀਕ ਦੇਵੀ ਚੰਦ ਬਹਿਲ ਖੱਤਰੀ ਦੀ ਸਪੁੱਤਰੀ ਨਾਲ 11 ਮਾਘ ਸੰਮਤ 1558 ਨੂੰ ਹੋਇਆ। ਆਪ ਜੀ ਦੇ ਘਰ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਸਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ਨੇ ਜਨਮ ਲਿਆ। ਜਦ ਆਪ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤਦੋਂ ਆਪ ਜੀ ਦੀ ਆਯੂ 61 ਸਾਲ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਤਮ ਸੰਸਕਾਰ ਕਰਕੇ ਆਪ ਗੋਇੰਦਵਾਲ ਸਾਹਿਬ ਆ ਗਏ ਅਤੇ ਆਪਣੇ ਚੁਬਾਰੇ ਵਿੱਚ ਇਕਾਂਤ ਬੈਠ ਗਏ। ਜਦ ਆਪ ਜੀ ਨੂੰ ਇਸ ਤਰ੍ਹਾਂ ਇਕਾਂਤ ਬੈਠਿਆਂ ਨੂੰ ਕਈ ਦਿਨ ਬੀਤ ਗਏ ਤਾਂ ਆਪ ਜੀ ਦੇ ਦਰਸ਼ਨ ਅਭਿਲਾਖੀ ਬਹੁਤ ਸਿੱਖ ਚੁਬਾਰੇ ਦੇ ਬਾਹਰ ਆਣ ਇਕੱਠੇ ਹੋਏ। ਫਿਰ ਸਾਰਿਆਂ ਨੇ ਮਿਲ ਕੇ ਬਾਬਾ ਬੁੱਢਾ ਜੀ ਦੀ ਰਾਹੀਂ ਗੁਰੂ ਜੀ ਦੇ ਨਿੱਜੀ ਸੇਵਕ ਬਲੂ ਨੂੰ ਗੁਰੂ ਜੀ ਪਾਸ ਅੰਦਰ ਭੇਜਿਆ ਕਿ ਬਾਹਰ 7 ਦਿਨ ਤੋਂ ਸੰਗਤ ਬੈਠੀ ਹੋਈ ਹੈ। ਆਪ ਬਾਹਰ ਆਣ ਕੇ ਸਭ ਨੂੰ ਦਰਸ਼ਨ ਦੇ ਕੇ ਤਪਤ ਹਿਰਦਿਆਂ ਨੂੰ ਸ਼ਾਂਤ ਕਰੋ। ਇਸ ਤਰ੍ਹਾਂ ਬਲੂ ਦੀ ਜ਼ਬਾਨੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਬਾਹਰ ਆ ਗਏ ਅਤੇ ਆਸਨ ਉੱਤੇ ਬੈਠ ਕੇ ਸਭ ਨੂੰ ਦਰਸ਼ਨ ਦੇ ਕੇ ਖੁਸ਼ੀਆਂ ਬਖਸ਼ੀਆਂ। ਸ੍ਰੀ ਗੁਰੂ ਅਮਰਦਾਸ ਜੀ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਸਨ। ਇਸ਼ਨਾਨ ਕਰਕੇ ਆਪ ਜੀ ਇੱਕ ਮਨ ਹੋ ਕੇ ਨਿਜ ਆਨੰਦ ਵਿੱਚ ਲੀਨ ਹੋ ਜਾਂਦੇ। ਦਿਨ ਚੜ੍ਹੇ ਸਮਾਧੀ ਤੋਂ ਉੱਠ ਕੇ ਦੀਵਾਨ ਵਿੱਚ ਆ ਬੈਠਦੇ। ਦੀਵਾਨ ਵਿੱਚ ਰਬਾਬੀ ਕੀਰਤਨ ਕਰਦੇ ਸਨ। ਕੀਰਤਨ ਦੇ ਭੋਗ ਉਪਰੰਤ ਦੇਸਾਂ ਪ੍ਰਦੇਸਾਂ ਤੋਂ ਆਏ ਸਿੱਖ ਹਾਜ਼ਰੀਆਂ ਭਰਦੇ ਸਨ। ਸਤਨਾਮ ਦਾ ਉਪਦੇਸ਼ ਲੈ ਕੇ ਮਨੋਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਹੁੰਦੇ। ਦੁਪਹਿਰ ਸਮੇਂ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ ਸੰਗਤ ਨੂੰ ਸਨਿਗਧ ਭੋਜਨ ਛਕਾਉਂਦੇ ਅਤੇ ਆਪ ਕਣਕ ਦਾ ਦਲੀਆ ਛਕਦੇ ਸਨ। ਪ੍ਰਸ਼ਾਦ ਛਕ ਕੇ ਆਪ ਜੀ ਵਿਸ਼ਰਾਮ ਕਰਦੇ ਸਨ ਅਤੇ ਫਿਰ ਦਿਨ ਦੇ ਚੌਥੇ ਪਹਿਰ ਦੀਵਾਨ ਵਿੱਚ ਬੈਠ ਕੇ ਪੰਡਤ ਕੇਸ਼ੋਦਾਸ ਤੋਂ ਪੁਰਾਣਾਂ ਦੀ ਅਤੇ ਗੁਰੂ ਇਤਿਹਾਸ ਦੀ ਕਥਾ ਸੁਣਦੇ। ਕਥਾ ਉਪਰੰਤ ਰਬਾਬੀਆਂ ਦਾ ਕੀਰਤਨ ਹੁੰਦਾ ਸੀ ਅਤੇ ਫਿਰ ਦੀਵਾਨ ਦੀ ਸਮਾਪਤੀ ਕੀਤੀ ਜਾਂਦੀ ਸੀ। ਉਸ ਤੋਂ ਉਪਰੰਤ ਆਪ ਜੀ ਕੁਝ ਥੋੜ੍ਹਾ ਜਿਹਾ ਭੋਜਨ ਛਕ ਕੇ ਰਾਤ ਵਿਸ਼ਰਾਮ ਕਰਨ ਵਾਸਤੇ ਬਿਰਾਜ ਜਾਂਦੇ ਸਨ। ਆਪ ਜੀ ਸਦਾ ਹੀ ਚਿੱਟੇ ਸਾਫ਼ ਬਸਤਰ ਪਹਿਨਦੇ ਸਨ। ਆਪਣੇ ਪਾਸ ਕੋਈ ਵਾਧੂ ਕੱਪੜਾ ਨਹੀਂ ਸਨ ਰੱਖਦੇ। ਲੰਗਰ ਵਿੱਚ ਵੀ ਨਿੱਤ ਨਵਾਂ ਹੀ ਅੰਨਦਾਣਾ ਆਉਂਦਾ ਸੀ। ਰਾਤ ਨੂੰ ਬਿਰਾਜਣ ਸਮੇਂ ਜਿਹੜਾ ਲੰਗਰ ਬਚ ਜਾਂਦਾ ਸੀ ਉਹ ਪਿੰਡ ਦੇ ਅਵਾਰਾ ਪਸ਼ੂਆਂ ਨੂੰ ਤਥਾ ਬਿਆਸ ਨਦੀ ਵਿੱਚ ਜਲ ਜੰਤੂਆਂ ਵਾਸਤੇ ਸੁਟਵਾ ਦਿੰਦੇ ਸਨ। ਪਾਣੀ ਦੇ ਘੜੇ ਅਤੇ ਗਾਗਰਾਂ ਵਾਲੀ ਖਾਲੀ ਕਰਕੇ ਮੁੱਦੇ ਮਰਵਾ ਦਿੰਦੇ ਸਨ। ਨਵੇਂ ਸੂਰਜ ਨਵਾਂ ਅੰਨ ਤੇ ਨਵਾਂ ਹੀ ਪਾਣੀ ਵਰਤਿਆ ਜਾਂਦਾ ਸੀ। ਜਿਹੜਾ ਕੋਈ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਨੂੰ ਬਾਹਰੋਂ ਆਉਂਦਾ ਸੀ ਉਹ ਜਦ ਤੱਕ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਨਾ ਛਕ ਲਵੇ ਉਸ ਨੂੰ ਦਰਸ਼ਨ ਨਹੀਂ ਸਨ ਦਿੰਦੇ। ਇਹ ਸਾਰੇ ਨੇਮ ਆਪ ਜੀ ਦੇ ਆਪਣੀ ਆਯੂ ਪ੍ਰਤੰਤ ਨਿਭਾਏ ਸਨ। ਇੱਕ ਦਿਨ ਬਲੂ ਆਦਿਕ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਦੂਰ ਦੂਰ ਤੋਂ ਹਿੰਦੂ ਮੁਸਲਮਾਨ ਆਦਿਕ ਅਨੇਕ ਜਾਤਾਂ ਦੇ ਲੋਕ ਦਰਸ਼ਨ ਕਰਨ ਆਉਂਦੇ ਹਨ, ਪਰ ਉਹਨਾਂ ਦੇ ਰਹਿਣ ਵਾਸਤੇ ਕੋਈ ਖੁੱਲ੍ਹੀ ਜਗ੍ਹਾ ਨਹੀਂ ਹੈ। ਇਸ ਵਾਸਤੇ ਕੋਈ ਖੁੱਲ੍ਹਾ ਮਕਾਨ ਬਣਵਾਉਣਾ ਚਾਹੀਦਾ ਹੈ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਆਦਿ ਸਿਆਣੇ ਸਿੱਖਾਂ ਨਾਲ ਸਲਾਹ ਕਰਕੇ ਆਪਣੇ ਭਤੀਜੇ ਸਾਵਣ ਮੱਲ ਨੂੰ ਆਖਿਆ ਕਿ ਤੁਸੀਂ ਆਪਣੇ ਨਾਲ 5 ਸਿੱਖ ਲੈ ਕੇ ਰਿਆਸਤ ਹਰੀਪੁਰ ਦੇ ਰਾਜੇ ਪਾਸ ਜਾਓ ਅਤੇ ਉੱਥੋਂ ਮਕਾਨਾਂ ਵਾਸਤੇ ਲੱਕੜਾਂ ਦੇ ਗੱਠੇ ਬੰਨ੍ਹ ਕੇ ਬਿਆਸਾ ਨਦੀ ਰਾਹੀਂ ਭੇਜਣ ਦਾ ਪ੍ਰਬੰਧ ਕਰੋ। ਸਾਵਣ ਮੱਲ ਨੇ ਕਿਹਾ, ਮਹਾਰਾਜ, ਪਹਾੜੀਏ ਲੋਕ ਪੱਥਰ ਪੂਜਕ ਹਨ, ਉਹ ਗੁਰੂ ਪੂਜਕ ਨਹੀਂ ਹਨ। ਇਸ ਕਰਕੇ ਲੱਕੜ ਖਰੀਦਣ ਵਾਸਤੇ ਬਹੁਤ ਧਨ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ਹੈ, ਸਭ ਸ਼ਕਤੀਆਂ ਤੇਰੇ ਅਧੀਨ ਹਨ, ਤੂੰ ਜਿਵੇਂ ਚਾਹੇਗਾ ਉਹਨਾਂ ਨੂੰ ਵਰਤ ਕੇ ਰਾਜੇ ਨੂੰ ਗੁਰੂ ਘਰ ਦਾ ਪ੍ਰੇਮੀ ਕਰ ਅਤੇ ਉਹ ਫਿਰ ਆਪੇ ਹੀ ਗੁਰੂ ਘਰ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇਗੀ ਤੈਨੂੰ ਦੇ ਦੇਵੇਗਾ। ਇਹ ਗੱਲ ਆਖ ਕੇ ਗੁਰੂ ਜੀ ਨੇ
ਸਾਵਣ ਮੱਲ ਨੂੰ ਆਪਣੇ ਹੱਥ ਦਾ ਇੱਕ ਰੁਮਾਲ ਦਿੱਤਾ ਅਤੇ ਆਖਿਆ ਕਿ ਇਹ ਰੁਮਾਲ ਨੂੰ ਹੱਥ ਵਿੱਚ ਫੜ ਕੇ ਜੋ ਕੁਝ ਤੂੰ ਚਾਹੇਗਾ ਉਹ ਹੋ ਜਾਏਗਾ। ਤੇਰੀ ਹਰ ਇੱਕ ਇੱਛਾ ਇਹ ਰੁਮਾਲ ਪੂਰੀ ਕਰੇਗਾ। ਰੁਮਾਲ ਲੈ ਕੇ ਸਾਵਣ ਮੱਲ ਨੇ ਕਪਾਟ ਖੋਲ੍ਹ ਲਏ। ਉਹ ਬੜਾ ਖੁਸ਼ ਹੋਇਆ। ਦੂਸਰੇ ਦਿਨ ਹੀ ਤਿਆਰੀ ਕਰਕੇ ਸਾਵਣ ਮੱਲ ਆਪਣੇ ਨਾਲ 5 ਸਿੱਖ ਲੈ ਕੇ ਹਰੀਪੁਰ ਨੂੰ ਚੱਲ ਪਿਆ। ਜਦ ਹਰੀਪੁਰ ਪਹੁੰਚਿਆ ਤਾਂ ਦੇਵਨੇਤ ਹੀ ਉਸ ਦਿਨ ਇਕਾਦਸ਼ੀ ਦਾ ਵਰਤ ਹੋਣ ਕਰਕੇ ਰਾਜੇ ਵੱਲੋਂ ਹੁਕਮ ਸੀ ਕਿ ਕੋਈ ਅੰਨ ਨੂੰ ਹੱਥ ਨਾ ਲਾਵੇ, ਪਰੰਤੂ ਸਾਵਣ ਮੱਲ ਨੇ ਸਧਾਰਨ ਦੀ ਤਰ੍ਹਾਂ ਪ੍ਰਸ਼ਾਦ ਤਿਆਰ ਕਰਕੇ ਸਾਥੀਆਂ ਸਹਿਤ ਆਪ ਛਕਿਆ ਅਤੇ ਕੁਝ ਅਭਿਆਗਤਾਂ ਨੂੰ ਦੇ ਦਿੱਤਾ। ਇਸ ਗੱਲ ਦੀ ਜਦ ਰਾਜੇ ਨੂੰ ਖਬਰ ਹੋਈ ਤਾਂ ਉਸਨੇ ਭਾਈ ਸਾਵਣ ਮੱਲ ਨੂੰ ਸੱਦ ਕੇ ਪੁੱਛਿਆ ਕਿ ਤੁਸਾਂ ਅੱਜ ਇਕਾਦਸ਼ੀ ਵਾਲੇ ਦਿਨ ਅੰਨ ਕਿਉਂ ਖਾਧਾ ਹੈ, ਵਰਤ ਕਿਉਂ ਨਹੀਂ ਰੱਖਿਆ। ਤਦ ਸਾਵਣ ਮੱਲ ਨੇ ਕਿਹਾ ਕਿ ਗੁਰੂ ਜੀ ਦਾ ਲੰਗਰ ਸਦਾ ਹੀ ਚੱਲਦਾ ਰਹਿੰਦਾ ਹੈ, ਕਿਉਂਕਿ ਗੁਰੂ ਘਰ ਇਸ ਤਰ੍ਹਾਂ ਦੇ ਭਰਮਾਂ ਵਿੱਚ ਨਿਸ਼ਚਾ ਨਹੀਂ ਰੱਖਦਾ। ਇਹ ਉੱਤਰ ਸੁਣ ਕੇ ਰਾਜੇ ਨੇ ਗੁਰੂ ਇੱਕ ਬੈਰਾਗੀ ਸਾਧੂ ਨੇ ਕਿਹਾ, ਇਹ ਹੁਕਮ ਨਹੀਂ ਮੰਨਦੇ, ਇਹਨਾਂ ਨੂੰ ਕੈਦ ਕਰ ਦੇਣਾ ਚਾਹੀਦਾ ਹੈ। ਆਪਣੇ ਗੁਰੂ ਦੇ ਕਹਿਣ ਅਨੁਸਾਰ ਰਾਜੇ ਨੇ ਸਾਵਣ ਮੱਲ ਨੂੰ ਕੈਦ ਕਰ ਦਿੱਤਾ। ਦੂਸਰੇ ਦਿਨ ਹੀ ਰਾਜੇ ਨੇ ਲੜਕੇ ਨੂੰ ਹੈਜਾ ਹੋ ਗਿਆ ਅਤੇ ਉਹ ਇਸ ਦੁਨੀਆ ਤੋਂ ਚਾਲੇ ਪਾ ਗਿਆ। ਰਾਜੇ ਨੇ ਮਹਿਲਾਂ ਵਿੱਚ ਰੋਣਾ ਪਿੱਟਣਾ। ਰਾਜੇ ਦੇ ਮੰਤਰੀ ਨੇ ਕਿਹਾ, ਮਹਾਰਾਜ ਤੁਸਾਂ ਜਿਹੜੇ ਗੁਰੂ ਦੇ ਨਿਰਦੋਸ਼ ਸਿੱਖਾਂ ਨੂੰ ਕੈਦ ਵਿੱਚ ਪਾ ਦਿੱਤਾ ਹੈ, ਇਹ ਉਹਨਾਂ ਦੀ ਨਿਰਾਦਰੀ ਕਰਨ ਦਾ ਫਲ ਹੈ ਕਿ ਰਾਜਕੁਮਾਰ ਦੀ ਮ੍ਰਿਤੂ ਹੋ ਗਈ ਹੈ। ਉਹਨਾਂ ਨੂੰ ਕੈਦ ਵਿੱਚੋਂ ਕੱਢ ਦਿਓ ਅਤੇ ਭੁੱਲ ਬਖਸ਼ਾਓ। ਰਾਜੇ ਨੇ ਆਪਣੇ ਵਜ਼ੀਰ ਨੂੰ ਭੇਜ ਕੇ ਭੁੱਲ ਬਖਸ਼ਵਾਈ ਅਤੇ ਕੈਦ ਚੋਂ ਛੱਡ ਦਿੱਤਾ। ਤਦ ਸਾਵਣ ਮੱਲ ਨੇ ਕਿਹਾ, ਜੇਕਰ ਰਾਜਾ ਗੁਰੂ ਦਾ ਸਿੱਖ ਬਣ ਜਾਵੇ ਤਾਂ ਮੈਂ ਉਸ ਤੇ ਲੜਕੇ ਨੂੰ ਜਿੰਦਾ ਕਰ ਦਿਆਂਗਾ। ਜਦ ਰਾਜੇ ਨੂੰ ਇਹ ਗੱਲ ਦੱਸੀ ਗਈ ਤਾਂ ਉਸਨੇ ਕਿਹਾ, ਜੇਕਰ ਮੇਰਾ ਲੜਕਾ ਜਿੰਦਾ ਹੋ ਜਾਵੇ ਤਾਂ ਮੈਂ ਅਤੇ ਮੇਰਾ ਪਰਿਵਾਰ ਸਾਰੇ ਹੀ ਗੁਰੂ ਜੀ ਦੇ ਸਿੱਖ ਬਣ ਜਾਵਾਂਗੇ। ਉਸ ਗੁਰੂ ਦੇ ਸਿੱਖ ਨੂੰ ਛੇਤੀ ਮਹਿਲਾਂ ਵਿੱਚ ਲੈ ਆਓ। ਜਦ ਵਜ਼ੀਰ ਨੇ ਆਦਮੀ ਭੇਜ ਕੇ ਸਾਵਣ ਮੱਲ ਨੂੰ ਮਹਿਲਾਂ ਵਿੱਚ ਸੱਦ ਕੇ ਰਾਜੇ ਦੀ ਇਹ ਗੱਲ ਦੱਸੀ ਤਾਂ ਸਾਵਣ ਮੱਲ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਸਾਰੇ ਚੁੱਪ ਕਰਕੇ ਬੈਠ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਰੋਣਾ ਪਿੱਟਣਾ ਬੰਦ ਕਰ ਦਿਓ। ਉਪਰੰਤ ਸਾਵਣ ਮੱਲ ਨੇ ਮੁਰਦਾ ਲੜਕੇ ਪਾਸ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਦ ਗੁਰੂ ਜੀ ਦੇ ਰੁਮਾਲ ਦੀ ਕੰਨੀ ਧੋ ਕੇ ਲੜਕੇ ਦੇ ਮੂੰਹ ਵਿੱਚ ਪਾਈ ਅਤੇ ਰੁਮਾਲ ਫੜ ਕੇ ਉਸ ਦੇ ਸਿਰ ਉੱਤੇ ਫੇਰ ਕੇ ਸਤਨਾਮ ਆਖਿਆ ਤਾਂ ਲੜਕਾ ਉੱਠ ਕੇ ਬੈਠ ਗਿਆ। ਇਹ ਗੱਲ ਦੇਖ ਕੇ ਰਾਜਾ ਅਤੇ ਰਾਣੀ ਸਾਵਣ ਮੱਲ ਜੀ ਦੇ ਚਰਨਾਂ ਤੇ ਪੈ ਗਏ। ਮਹਿਲਾਂ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ। ਰਾਜੇ ਨੇ ਸਾਵਣ ਮੱਲ ਜੀ ਨੂੰ ਬਹੁਤ ਧਨ ਵਸਤਰ ਭੇਟਾ ਕੀਤੇ ਅਤੇ ਫਿਰ ਸਤਨਾਮ ਦਾ ਉਪਦੇਸ਼ ਲੈ ਕੇ ਗੁਰੂ ਘਰ ਦਾ ਸੇਵਕ ਬਣ ਗਿਆ। ਉਪਰੰਤ ਸਾਰੀ ਰਿਆਸਤ ਦੇ ਲੋਕ ਗੁਰੂ ਘਰ ਦੇ ਸਿੱਖ ਬਣ ਗਏ। ਜਦ 2-4 ਦਿਨ ਖੁਸ਼ੀਆਂ ਵਿੱਚ ਲੰਘ ਗਏ ਤਾਂ ਇੱਕ ਦਿਨ ਰਾਜੇ ਨੇ ਸਾਵਣ ਮੱਲ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ। ਸਾਵਣ ਮੱਲ ਨੇ ਕਿਹਾ, ਮਹਾਰਾਜ ਬਿਆਸ ਨਦੀ ਦੇ ਕਿਨਾਰੇ ਇੱਕ ਗੋਇੰਦਵਾਲ ਨਗਰ ਹੈ। ਉੱਥੇ ਗੁਰੂ ਨਾਨਕ ਜੀ ਦੀ ਗੱਦੀ ਉੱਤੇ ਤੀਜੇ ਥਾਂ ਬੈਠਣ ਵਾਲੇ ਗੁਰੂ ਅਮਰਦਾਸ ਜੀ ਨਿਵਾਸ ਰੱਖਦੇ ਹਨ। ਉਹਨਾਂ ਦੇ ਦਰਸ਼ਨਾਂ ਨੂੰ ਬਹੁਤ ਸਿੱਖ ਸੇਵਕ ਸੰਗਤਾਂ ਆਉਂਦੀਆਂ ਹਨ। ਉਹਨਾਂ ਦੇ ਆਰਾਮ ਵਾਸਤੇ ਗੁਰੂ ਜੀ ਉੱਥੇ ਮਕਾਨ ਬਣਵਾ ਰਹੇ ਹਨ, ਜਿਨ੍ਹਾਂ ਵਾਸਤੇ ਬਹੁਤ ਲੱਕੜ ਦੀ ਲੋੜ ਹੈ। ਰਾਜੇ ਨੇ ਉਸੇ ਸਮੇਂ ਹੀ ਆਪਣੇ ਆਦਮੀਆਂ ਨੂੰ ਹੁਕਮ ਦੇ ਦਿੱਤਾ ਕਿ ਮਕਾਨਾਂ ਵਿੱਚ ਕੰਮ ਆਉਣ ਵਾਲੀ ਬਿਆਰ ਆਦਿਕ ਵੱਢ ਕੇ ਉਹਨਾਂ ਦੇ ਬੇੜੇ ਬੰਨ੍ਹ ਕੇ ਬਿਆਸ ਵਿੱਚ ਤਾਰ ਦਿਓ। ਇਸ ਤਰ੍ਹਾਂ ਛੇਤੀ ਹੀ ਬਹੁਤ ਸਾਰੀ ਲੱਕੜੀ ਗੋਇੰਦਵਾਲ ਪਹੁੰਚਣ ਲੱਗ ਗਈ ਅਤੇ ਲੋਕ ਆਪੋ ਆਪਣੇ ਮਕਾਨ ਤੇ ਦੁਕਾਨਾਂ ਉਸਾਰਨ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਜੇਕਰ ਕੋਈ ਕਥਾ ਵਿੱਚ ਭੁੱਲਣਾ ਹੋ ਜੇ ਤਾਂ ਦਾਸ ਨੂੰ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।